ਇਹ ਮੱਝਾਂ ਤਕਰੀਬਨ 5-6 ਮੱਝਾਂ ਤੋਂ ਕਾਰੋਬਾਰ ਸਟਾਰਟ ਕੀਤਾ ਸੀ ਤੇ ਮਾਸ਼ਾਅੱਲਾ ਹੁਣ ਇਸ ਟਾਈਮ ਤੇ ਮੱਝਾਂ ਜਿਹੜੀਆਂ ਉਹ 20 ਤੋਂ 25 ਮੱਝਾਂ ਨੇ। ਮਾਸ਼ਾਅੱਲਾ ਇਹ ਕੰਮ ਜ਼ਰਾ ਕੋ ਥੋੜਾ ਜਿਹਾ ਨਾ ਸਾਫ ਸੁਥਰਾ ਨਹੀਂ ਬੰਦਾ ਰਹਿ ਸਕਦਾ। ਉਹ ਜਿਹੜਾ ਬੰਦਾ ਇਹ ਕਾਰੋਬਾਰ ਕਰ ਲਵੇ ਔਰ ਉਹਨੂੰ ਇਨਸ਼ਾਅੱਲਾ ਤਾਲਾ ਇਜ਼ਾਫਾ ਹੀ ਹੋਏਗਾ ਕਾਫੀ ਸਾਰਾ। ਸਾਰੇ ਇਹਦੇ ਵਿੱਚ ਕਾਮਯਾਬ ਹੀ 10 ਲੱਖ ਰੁਪਇਆ ਜਾਂ 8 ਲੱਖ ਰੁਪਇਆ ਮੈਂ ਵਜ਼ਾਤ ਖੁਦ ਲੈ ਕੇ ਆਇਆ। 10 ਲੱਖ ਤੋਂ ਕਾਰੋਬਾਰ ਸਟਾਰਟ ਕੀਤਾ। ਅੱਜ ਇਹ ਕੋਈ 50-60 ਲੱਖ ਦੇ ਕਰੀਬ ਇਹ ਮਾਲ ਵੀ ਬਣ ਗਿਆ। ਇਹਦੇ ਤੋਂ ਮਕਾਨ ਕੋਠੀ ਵਗੈਰਾ ਵੀ ਇਸਤੇਮਾਲ, ਇਲੈਕਸ਼ਨ ਵਗੈਰਾ ਵੀ ਲੜਿਆ ਕੌਂਸਲਰ ਦਾ ਤੇ ਬੜਾ ਸਾਰਾ ਇਹਦੇ ਵਿੱਚ ਉਹਨਾਂ ਇਜ਼ਾਫਾ ਹੋਇਆ ਇਨਸ਼ਾਅੱਲਾ ਤਾਲਾ। ਜਿਹੜੇ ਛੋਟੇ ਜਾਨਵਰ ਨੇ ਉਹ ਤੁਹਾਡੇ ਸਾਹਮਣੇ ਇੱਥੇ ਤੁਹਾਨੂੰ ਉਹਨਾਂ ਦੀ ਤਸਵੀਰ ਬਣਵਾਉਂਦੇ ਆ ਮੁਕੰਮਲ ਤੌਰ ਤੇ। ਉਹਨਾਂ ਨੂੰ ਲੋਕ ਜਿਹੜੇ ਨੇ ਉਹ ਦੁੱਧ ਕਮ ਪਿਆਉਂਦੇ ਨੇ। ਮੈਂ ਹਰ ਜਾਨਵਰ ਨੂੰ ਜਿਹੜਾ ਮੱਝ ਜਾਂ ਗਾਏ ਵਗੈਰਾ ਸੁੰਦੀ ਉਹਨੂੰ ਦੋ ਥਾਣਾ ਅਸੀਂ ਉਹਨਾਂ ਨੂੰ ਦੁੱਧ ਪਿਆਉਂਦੇ ਆ। ਉਹ ਮਾਸ਼ਾਅੱਲਾ 1 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਤਕਰੀਬਨ ਉਹ 20 ਤੋਂ 25 ਹਜ਼ਾਰ ਦਾ ਜਾਨਵਰ ਬਣ ਜਾਂਦਾ ਹੈ माशाल्लाह। अस्सलाम वालेकुम व्यूअर्स, आप देख रहे हैं बिजनेस इन्फो ऑफिशियल यूट्यूब चैनल। नाजरीन, आज की वीडियो आपको ऐसे गुर बताने जा रही है कि बफलो फार्मिंग कैसे की जानी चाहिए, भैंसें कैसे ख़रीदें, चारा कौन सा डालें, वनडे में क्या क्या चीज़ें होनी चाहिए और इस कारोबार में कामयाबी के कितने फ़ीसद चांसेस हैं, ये सारी की सारी तफसील आपको बताई जाएगी आज की इस वीडियो में। तो वीडियो आखिर तक देखिएगा और जल्दी से हमारे चैनल को करिएगा सब्सक्राइब, साथ में बेल आइकन भी दबा दीजिएगा ताकि आने वाली सारी वीडियोस आप तक पहुंचते रहें। तो आइए वीडियो शुरू करते हैं। वालेकुम ਵਾਲੇकुम ਸਲਾਮ ਜੀ। सर की हाल है ਤੁਹਾਡਾ? ਬਿਲਕੁਲ ਠੀਕ ਠਾਕ ਖਰੀਅਤ। सर आपका नाम? ਲਿਆਕਤ ਲਈ ਨਾਇਬ ਸੁਬੇਦਾਰ ਲਿਆਕਤ, माशाल्लाह। ਕਿਹੜਾ ਇਲਾਕਾ ਜੀ? ਇਲਾਕਾ ਸਿਆਲਕੋਟ, ਤਹਿਸੀਲ ਸੰਭੜਿਆਲ, ਗਾਉਂ ਪੀਰਕੋਟ। ਇਹ ਦੱਸੋ ਮੱਝਾਂ ਦੇ ਬਾਰੇ ਕਿੰਨੇ ਸਾਲਾਂ ਦਾ ਤਜਰਬਾ ਜੀ? ਇਹ ਤਕਰੀਬਨ 10-11 ਸਾਲ ਦਾ ਤਜਰਬਾ ਹੈ। ਆਰਮੀ ਛੱਡਣ ਤੋਂ ਬਾਅਦ ਮੱਝਾਂ ਦੇ ਕਾਰੋਬਾਰ ਦਾ ਇੰਤਖਾਬ ਕਿਉਂ ਕੀਤਾ? ਇਹ ਜ਼ਰਾ ਕੁ ਮੈਨੂੰ ਅੱਛਾ ਲੱਗਿਆ। ਮੈਂ ਆਖਿਆ ਕਿ ਮੈਂ ਹੋਰ ਨੌਕਰੀਆਂ ਸਰਵਿਸ ਕਰਨ ਨਾਲੋਂ ਇਹ ਸਭ ਤੋਂ ਅੱਛਾ ਪੇਸ਼ਾ ਲੱਗਿਆ। ਨਾਲੇ ਜ਼ਮੀਨ ਆਪਣੀ ਸੀ, ਵਜ਼ਾਤੇ ਖੁਦ ਕਾਸ਼ਤਕਾਰੀ ਕੀਤੀ। ਇਹਨਾਂ ਮੱਝਾਂ ਨੇ ਚਾਰਾ ਚੂਰਾ ਕੱਟ ਕੇ ਪਾਣ ਨਾਲ ਆਪਣਾ ਇਜ਼ਾਫੇ ਫਾਇਦਾ ਕਾਫੀ ਸਾਰਾ ਹਾਸਲ ਹੋਇਆ। ਜੈਸਾ ਇਸ ਕਾਰੋਬਾਰ ਦੇ ਮੁਤਲਕ ਸੋਚਿਆ ਹੀ ਵੈਸੇ ਹੀ ਪਾਇਆ, ਵੱਧ ਪਾਇਆ, ਉਸ ਤੋਂ ਘੱਟ ਪਾਇਆ? ਨਹੀਂ, ਤਕਰੀਬਨ ਇਹ ਠੀਕ ਹੀ ਫਿੱਟ ਹੀ ਪਾਇਆ ਗਿਆ ਕਿਉਂਕਿ ਇੱਕ ਜਿਹੜਾ ਡੰਗਰ ਹੈ ਨਾ ਉਹ ਤਕਰੀਬਨ 500 ਰੁਪਈਆ 400 ਰੁਪਈਆ ਬਚਤ ਦੇ ਜਾਂਦਾ ਜਿਹੜਾ ਲਹਿਰਾ ਤਾਜ਼ਾ ਡੰਗਰ ਹੋਵੇ। ਆਰਮੀ ਤੋਂ ਆਉਣ ਤੋਂ ਬਾਅਦ ਜਦੋਂ ਮੱਝਾਂ ਦਾ ਕੰਮ ਦਾ ਆਗਾਜ਼ ਕੀਤਾ, ਮੱਝਾਂ ਨੂੰ ਸਮਝਣ ਵਾਸਤੇ, ਜਾਣਨ ਵਾਸਤੇ ਕਿੰਨਾ ਕੁ ਟਾਈਮ ਲੱਗ ਗਿਆ ਸੀ? ਤਕਰੀਬਨ 6 ਤੋਂ 7 ਸਾਲ ਲੱਗ ਗਏ ਨੇ ਲਗਾਤਾਰ ਸਿੱਖਦਿਆਂ। ਸਿੱਖਦਿਆਂ। ਅੱਜ ਅਲਹਮਦੁਲਿਲਾ ਤੁਹਾਡਾ ਲੈਵਲ ਕੀ ਹੈ ਕਿ ਹਰ ਮੱਝ ਨੂੰ ਜਾਣਦੇ ਹੋ? ਹਰ ਮੱਝ ਨੂੰ ਜਾਣਿਆ, ਇਹਨੂੰ ਕੀ ਬਿਮਾਰੀ ਹੈ, ਕੀ ਇਹਦੇ ਮੁਤਲਕਾ ਕੀ ਕੁਛ ਸੋਚਣਾ ਕਿ ਇਹਦੇ ਬਾਰੇ ਅੱਛਾ ਕਿ ਇਹਨੂੰ ਬੁਖਾਰ ਹੋ ਗਿਆ ਜਾਂ ਇਹਨੂੰ ਮਸਲਨ ਚੰਦਰੀ ਜ਼ਹਿਰ ਵਗੈਰਾ ਜੋ ਕੁਛ ਵੀ ਹੁੰਦਾ ਉਹਦੇ ਬਾਰੇ ਨਾ ਪਤਾ ਚੱਲ ਜਾਂਦਾ ਕਿ ਸ਼ਾਮੀ ਆ ਮੱਝ ਨੂੰ ਬਿਮਾਰ ਹੋ ਗਈ। ਉਹਨੂੰ ਫੌਰੀ ਤੌਰ ਤੇ ਉਹਦੇ ਮਿਆਰ ਦੇ ਮੁਤਾਬਕ ਟੀਕੇ ਲਾਏ ਜਾਂਦੇ ਨੇ। 5 ਗ੍ਰਾਮ ਦਾ ਹੋ ਗਿਆ ਜੈਂਟਾਮਾਈਸਿਨ ਵਗੈਰਾ ਔਰ ਫਲੋਜਲ ਜਿਹੜੀਆਂ ਮੱਝਾਂ ਗੱਭਣ ਨੇ ਉਹਨਾਂ ਨੂੰ ਲਾ ਛੱਡਿਆ ਜਾਂਦਾ। ਕੱਲ ਤੁਸੀਂ ਆਰਮੀ ਵਿੱਚ ਨਾਇਬ ਸੂਬੇਦਾਰ ਸੋ, ਅੱਜ ਤੁਸੀਂ ਮੱਝਾਂ ਦੇ ਸੂਬੇਦਾਰ ਹੋ, ਠੀਕ ਹੈ? ਹਾਂ ਬਿਲਕੁਲ, ਇਹ ਵੀ ਤੁਹਾਡੀ ਗੱਲ ਹੈ। ਕਮਾਂਡ ਦੇ ਵਿੱਚ ਤੁਹਾਡੇ ਸਿਪਾਹੀ ਯਾਨੀ ਮੱਝਾਂ ਖੁਸ਼ ਨੇ? ਬਿਲਕੁਲ ਇਹ ਮੱਝਾਂ ਮੱਝਾਂ ਨੂੰ ਖੁਸ਼ ਕਿੰਜ ਰੱਖਦੇ ਹੋ? ਮੱਝਾਂ ਨੂੰ ਚਾਰਾ ਵੰਡਾ ਵਗੈਰਾ, ਇਹਨਾਂ ਨੂੰ ਪਾਣੀ ਟਾਈਮ ਨਾਲ ਮਤਲਬ ਇਹਨਾਂ ਦੇ ਹਰ ਹਿਫਾਜ਼ਤ ਕੀਤੀ ਜਾਏ ਔਰ ਇਹਨਾਂ ਦੀ ਸਫਾਈ ਵਗੈਰਾ ਅੱਛੀ ਹੋਵੇ ਤੇ ਮੱਝਾਂ ਫਿੱਟ ਪਾਈਆਂ ਜਾਣ। ਅੱਛਾ ਸੂਬੇਦਾਰ ਸਾਹਿਬ, ਇਹ ਦੱਸਿਓ ਕਿ ਕਿੰਨੀਆਂ ਮੱਝਾਂ ਤੋਂ ਕੰਮ ਸ਼ੁਰੂ ਕੀਤਾ ਸੀ? ਇਹ ਮੱਝਾਂ ਤਕਰੀਬਨ 5-6 ਮੱਝਾਂ ਤੋਂ ਕਾਰੋਬਾਰ ਸਟਾਰਟ ਕੀਤਾ ਸੀ ਤੇ ਮਾਸ਼ਾਅੱਲਾ ਹੁਣ ਇਸ ਟਾਈਮ ਤੇ ਮੱਝਾਂ ਜਿਹੜੀਆਂ ਉਹ 20 ਤੋਂ 25 ਮੱਝਾਂ ਨੇ। ਮਾਸ਼ਾਅੱਲਾ। 20 ਤੋਂ 25 ਮੱਝਾਂ ਦਾ ਸਫ਼ਰ ਤੁਹਾਡਾ 10 ਸਾਲ ਦਾ ਰਿਹਾ? 10 ਸਾਲ ਦੇ ਵਿੱਚ ਠੀਕ ਹੋ ਗਿਆ। ਕਿਹੜੇ ਨਸਲ ਦੀਆਂ ਤੁਸੀਂ ਮੱਝਾਂ ਲਈਆਂ ਸਨ ਔਰ ਅੱਜ ਤੁਹਾਡੇ ਕੋਲ ਕਿਹੜੀ ਨਸਲ ਦੀਆਂ ਮੱਝਾਂ ਮੌਜੂਦ ਪਹਿਲਾਂ ਨੇ? ਜਿਹੜੀਆਂ ਇੱਥੋਂ ਦਿਹਾਤ ਵਿੱਚ ਵੀ ਮੱਝਾਂ ਖਰੀਦੋ ਫਰੋਖਤ ਕੀਤੀਆਂ, ਫਿਰ ਉਸ ਤੋਂ ਬਾਅਦ ਅਸੀਂ ਸਾਹੀਵਾਲ, ਮਲਤਾਨ, ਬਵਲਪੁਰ ਇਸ ਸਾਈਡ ਤੋਂ ਮੱਝਾਂ ਅਸੀਂ ਲੈ ਕੇ ਵਜ਼ਾਤੇ ਖੁਦ ਆਏ। ਠੀਕ ਹੈ। ਕਿਹੜੀਆਂ ਮੱਝਾਂ ਨੂੰ ਤੁਸੀਂ ਸਹੀ ਪਾਇਆ, ਜਿਹੜੀਆਂ ਦੇਸੀ ਮੱਝਾਂ ਨੇ ਉਹ ਜਾਂ ਫਿਰ ਉਹ ਸਾਈਡ ਵਾਲੀਆਂ? ਕੀ ਫਰਕ ਮਹਿਸੂਸ ਮੱਝਾਂ ਕੀਤਾ? ਸਾਡੀਆਂ ਇੱਧਰ ਦੀਆਂ ਇਹ ਦੁੱਧ ਜਿਹੜੀਆਂ ਕਮ ਦਿੰਦੀਆਂ 10 ਲੀਟਰ ਤੋਂ 11 ਲੀਟਰ ਤੱਕ ਦਿੰਦੀਆਂ। ਉਹ ਜਿਹੜੀਆਂ ਮੱਝਾਂ ਨੇ 12, 13, 14, 15 ਲੀਟਰ ਤੱਕ 16 ਤੱਕ ਵੀ ਦੁੱਧ ਲਗਾਤਾਰ ਦਿੰਦੀਆਂ ਰਹਿੰਦੀਆਂ। ਠੀਕ ਹੈ। ਔਰ ਖਰਚ ਵੀ ਸੇਮ ਹੈ? ਉਹ ਖਰਚ ਵੀ ਸੇਮ ਹੈ। ਠੀਕ ਹੋ ਗਿਆ। ਮਾਸ਼ਾਅੱਲਾ, ਤੁਸੀਂ ਦੱਸਿਆ ਕਿ 25 ਤੋਂ 30 ਜਾਨਵਰ ਤੁਹਾਡੇ ਕੋਲ ਇਸ ਟਾਈਮ ਮੌਜੂਦ ਨੇ। ਕਿੰਨੇ ਬੰਦੇ ਸੰਭਾਲ ਰਹੇ ਹੋ? ਅਸੀਂ 2 ਬੰਦੇ ਸੰਭਾਲ ਰਹੇ ਹਾਂ ਔਰ 2 ਬੰਦੇ ਆਸਨ ਤਰੀਕੇ ਨਾਲ ਸੰਭਾਲ ਰਹੇ ਹੋ? ਆਸਨ ਤਰੀਕੇ ਨਾਲ ਬਾਸਾਨੀ ਨਾਲ ਸੰਭਾਲ ਰਹੇ ਹਾਂ। ਮਾਸ਼ਾਅੱਲਾ। ਕੋਈ ਮੁਲਾਜ਼ਮ ਤੇ ਨਹੀਂ ਰੱਖਿਆ? ਕੋਈ ਮੁਲਾਜ਼ਮ ਵਗੈਰਾ ਨਹੀਂ ਰੱਖਿਆ, ਵਜ਼ਾਤੇ ਖੁਦ ਅਸੀਂ ਕੰਮ ਕਰ ਰਹੇ। ਠੀਕ ਹੋ ਗਿਆ।
ਅੱਛਾ, ਜਿਹੜੇ ਨਵੇਂ ਲੋਕ ਸਾਡੀ ਗੱਲਬਾਤ ਸੁਣਨਗੇ, ਤੁਹਾਡੀ ਗੁਫ਼ਤਗੂ ਸੁਣਨਗੇ, ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ? ਇਹ ਕੰਮ ਜ਼ਰਾ ਕੋ ਥੋੜਾ ਜਿਹਾ ਨਾ ਸਾਫ ਸੁਥਰਾ ਨਹੀਂ ਬੰਦਾ ਰਹਿ ਸਕਦਾ। ਉਹ ਜਿਹੜਾ ਬੰਦਾ ਇਹ ਕਾਰੋਬਾਰ ਕਰ ਲਵੇ ਔਰ ਉਹਨੂੰ ਇਨਸ਼ਾਅੱਲਾ ਤਾਲਾ ਜ਼ਾਫਾ ਹੀ ਹੋਏਗਾ ਕਾਫੀ ਸਾਰਾ। ਕੀ ਅਸੀਂ ਇਹ ਕਹਿ ਸਕਨੇ ਆ ਕਿ ਇਹਦੇ ਵਿੱਚ ਕਾਮਯਾਬੀ ਦੀ ਫੀਸਦ 100% ਇਹਨੂੰ ਕਹਿ ਸਕਨੇ ਆ? ਸਾਰੇ ਇਹਦੇ ਵਿੱਚ ਕਾਮਯਾਬੀ 10 ਲੱਖ ਰੁਪਇਆ ਜਾਂ 8 ਲੱਖ ਰੁਪਇਆ ਮੈਂ ਵਜ਼ਾਤ ਖੁਦ ਲੈ ਕੇ ਆਇਆ। 10 ਲੱਖ ਤੋਂ ਕਾਰੋਬਾਰ ਸਟਾਰਟ ਕੀਤਾ। ਅੱਜ ਇਹ ਕੋਈ 50-60 ਲੱਖ ਦੇ ਕਰੀਬ ਇਹ ਮਾਲ ਵੀ ਬਣ ਗਿਆ। ਇਹਦੇ ਤੋਂ ਮਕਾਨ ਕੋਠੀ ਵਗੈਰਾ ਵੀ ਇਸਤੇਮਾਲ, ਇਲੈਕਸ਼ਨ ਵਗੈਰਾ ਵੀ ਲੜਿਆ ਕੌਂਸਲਰ ਦਾ, ਤੇ ਬੜਾ ਸਾਰਾ ਇਹਦੇ ਵਿੱਚ ਉਹਨਾਂ ਇਜ਼ਾਫਾ ਹੋਇਆ। ਅੱਲਾਹ ਤਾਲਾ ਨੇ ਇੱਜ਼ਤ ਵੀ ਦਿੱਤੀ ਔਰ ਦੌਲਤ ਵੀ ਦਿੱਤੀ। ਦੌਲਤ ਵੀ ਦਿੱਤੀ। ਇਹ ਗੱਲ ਦੱਸਿਓ ਕਿ ਛੋਟੇ ਜਾਵਾਂ ਦਾ ਕੀ ਕਰਦੇ ਹੋ, ਕਟੀਆਂ ਔਰ ਕਟਿਆਂ ਦਾ? ਇਨਸ਼ਾਅੱਲਾ ਤਾਲਾ ਜਿਹੜੇ ਛੋਟੇ ਜਾਨਵਰ ਨੇ ਉਹ ਤੁਹਾਡੇ ਸਾਹਮਣੇ ਇੱਥੇ ਤੁਹਾਨੂੰ ਉਹਨਾਂ ਦੀ ਤਸਵੀਰ ਬਣਵਾਉਂਦੇ ਆ ਮੁਕੰਮਲ ਤੌਰ ਤੇ। ਉਹਨਾਂ ਨੂੰ ਲੋਕ ਜਿਹੜੇ ਨੇ ਉਹ ਦੁੱਧ ਕਮ ਪਿਆਉਂਦੇ ਨੇ। ਮੈਂ ਹਰ ਜਾਨਵਰ ਨੂੰ ਜਿਹੜਾ ਇਹ ਮੱਝ ਜਾਂ ਗਾਏ ਵਗੈਰਾ ਸੁੰਦੀ ਉਹਨੂੰ ਦੋ ਥਾਣਾ ਅਸੀਂ ਉਹਨਾਂ ਨੂੰ ਦੁੱਧ ਪਿਆਉਂਦੇ ਆ। ਉਹ ਮਾਸ਼ਾਅੱਲਾ 1 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਤਕਰੀਬਨ ਉਹ 20 ਤੋਂ 25 ਹਜ਼ਾਰ ਦਾ ਜਾਨਵਰ ਬਣ ਜਾਂਦਾ। ਮਾਸ਼ਾਅੱਲਾ। ਇਹ ਦੱਸੋ ਕਿ ਜਦੋਂ ਤੁਸੀਂ ਦੂਰ ਦਰਾਜ਼ ਦੇ ਇਲਾਕਿਆਂ ਤੋਂ ਟਾਪ ਦੀਆਂ ਮੱਝਾਂ ਲੈ ਕੇ ਆਉਂਦੇ ਹੋ ਤੇ ਉਹ ਮੱਝਾਂ ਨੂੰ ਹਫਤਾ ਖੰਡ ਉਹਨਾਂ ਦੀ ਕੇਅਰ ਖੁਰਾਕ ਵਿੱਚ ਕੀ ਦਿੰਦੇ ਹੋ? ਸੁਣਿਆ ਕਿ ਮੱਝਾਂ ਜਰਾ ਕੇ ਸੈੱਟ ਨਹੀਂ ਰਹਿੰਦੀਆਂ। ਮੱਝਾਂ ਨੂੰ ਉਹ ਟਰੱਕਾਂ ਦੇ ਵਿੱਚ ਜ਼ਰਾ ਕੋ ਮਾਰ ਪੈ ਜਾਂਦੀ ਹੈ, ਹਲਕੀ ਛੁਲਕੀ ਉਹਨਾਂ ਨੂੰ ਸੱਟਾਂ ਚੋਟਾਂ ਵਗੈਰਾ ਆ ਜਾਂਦੀਆਂ ਜੀ। ਉਹਨਾਂ ਨੂੰ ਲਿਆ ਕੇ ਫੌਰੀ ਤੌਰ ਤੇ 5 ਗ੍ਰਾਮ ਦੇ ਟੀਕੇ ਲਾਣੇ ਆ। ਠੀਕ। ਔਰ ਫਿਰ ਉਹ ਚੰਦ ਦਿਨ ਉਹ ਪੱਠਿਆਂ ਇਸ ਇਲਾਕੇ ਨਾਲ ਮਿਲਣ ਲਈ ਉਹਨਾਂ ਨੂੰ ਚਾਰਾ ਵਗੈਰਾ ਉਹ ਕੰਮ ਖਾਂਦੀਆਂ। ਫਿਰ ਉਹਨਾਂ ਨੂੰ ਪਿਆਜ਼, ਗੰਢੇ ਵਗੈਰਾ, ਮਿਰਚਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੂੰ ਦਿੰਦੇ ਆ, ਇਸਤੇਮਾਲ ਕਰਵਾਉਂਦੇ ਆ ਤੇ ਫਿਰ ਉਹ ਬਿਲਕੁਲ ਫਿੱਟ ਪਾਈਆਂ ਜਾਂਦੀਆਂ। ਮਾਸ਼ਾਅੱਲਾ। ਉਸ ਇਲਾਕੇ ਦੀ ਮੱਝ ਆਮ ਤੌਰ ਤੇ ਕਿੰਨੇ ਕੁ ਮਹੀਨੇ ਦੁੱਧ ਦੇ ਛੱਡਦੀ ਹੈ? ਉਹ ਤਕਰੀਬਨ ਐਵੇਂ ਇਸ ਟਾਈਮ ਮੋਬਾਈਲ 14 ਮਾਹ ਵੀ 15 ਮਾਹ ਵੀ ਦੁੱਧ ਦੇ ਜਾਂਦੀਆਂ ਲਗਾਤਾਰ। ਉਹ ਮੱਝਾਂ ਜ਼ਰਾ ਲੇਟ ਲੱਗਦੀਆਂ ਨੇ। ਜਿਹੜੀਆਂ ਇੱਥੇ ਦੀਆਂ ਮੱਝਾਂ ਨੇ ਉਹ ਤਕਰੀਬਨ 1-2 ਮਾਹ ਬਾਅਦ ਲੱਗ ਜਾਂਦੀਆਂ ਨੇ। ਉਹਨਾਂ ਦਾ ਫਿਰ ਉਹ 9 ਮਹੀਨੇ ਬਾਅਦ 10 ਮਹੀਨੇ ਬਾਅਦ ਸੂ ਪੈਂਦੀਆਂ। ਉਹ ਮੱਝਾਂ ਤਕਰੀਬਨ 7 ਮਾਹ ਤੋਂ 8 ਮਾਹ ਦੇ ਬਾਅਦ ਵਿੱਚ ਲੱਗਦੀਆਂ ਨੇ। ਉਸ ਤੋਂ ਬਾਅਦ 7-8 ਮਾਹ ਦੁੱਧ ਦਿੰਦੀਆਂ। 14 ਮਹੀਨੇ ਦੇ ਉਹਨਾਂ ਦੇ 15 ਮਕਦਾਰ ਹੈ। ਅੱਛਾ, ਅਸੀਂ ਅਗਰ ਫਿਜ਼ੀਬਿਲਿਟੀ ਪੁੱਛੀਏ ਕਿ ਰੋਜ਼ਾਨਾ ਦਾ ਇੱਕ ਮੱਝ ਤੇ ਖਰਚਾ ਕਿੰਨਾ ਹੈ ਤੇ ਨਫਾ ਕਿੰਨਾ ਹੈ, ਕੀ ਸਮਝਾਓਗੇ? ਇੱਕ ਮੱਝ ਤੇ ਤਕਰੀਬਨ 400 ਤੋਂ ਲੈ ਕੇ 500 ਤੱਕ ਖਰਚਾ ਹੈ ਤੇ 400 ਤੋਂ ਲੈ ਕੇ 500 ਤੱਕ ਇਹਦੀ ਬਚਤ ਹੈ। ਅੱਛਾ, ਇਹਦੀ ਬਜਟ ਨੂੰ ਵਧਾਉਣ ਦਾ ਤਰੀਕਾ ਕੀ ਹੈ? ਮਤਲਬ ਤੁਸੀਂ ਲੇਬਰ ਵਗੈਰਾ ਦਾ ਇੰਤਜ਼ਾਮ ਕੀ ਕੀਤਾ ਹੈ, ਪੱਠਿਆਂ ਦਾ ਇੰਤਜ਼ਾਮ ਕੀ ਕੀਤਾ ਹੈ ਤੇ ਵੰਡੇ ਛੰਡੇ ਦਾ ਕੀ ਪ੍ਰੋਗਰਾਮ ਰੱਖਿਆ ਜੇ? ਵੰਡਾ ਜਿਹੜਾ ਉਹ ਰੋਜ਼ਾਨਾ ਅਸਾਂ ਵੰਡੇ ਵਾਲੇ ਨਾਲ ਗੱਲਬਾਤ ਕੀਤੀ। ਉਹ ਰੋਜ਼ਾਨਾ ਗੱਡੀ ਆਂਦੀ ਹੈ, ਵੰਡਾ ਲੈ ਕੇ ਉਹ ਇੱਥੇ ਡੇਰੇ ਤੇ ਤਾਰ ਜਾਂਦੀ ਹੈ ਜੀ। ਅਸੀਂ ਉਹਦੀ ਵੀ ਜਿਤਨੀ ਪ੍ਰੋਫਿਟ ਹੁੰਦਾ ਉਹਦੇ ਵਿੱਚ ਹੀ ਅਸੀਂ ਹਿਸਾਬ ਕਿਤਾਬ ਲਾ ਲੈਂਦੇ ਹਾਂ ਕਿ ਇਤਨਾ ਆਇਆ ਕਿ ਇਤਨਾ ਸਾਨੂੰ ਬਚਤ ਹੋ ਰਹੀ ਹੈ ਤੇ ਅਸੀਂ ਇਸ ਬਚਤ ਨੂੰ ਇੰਨਾ ਤਕਸੀਮ ਉਸ ਹਿਸਾਬ ਕਿਤਾਬ ਨਾਲ ਉਹਨੂੰ ਤਕਸੀਮ ਕਰ ਲੈਂਦੇ। ਬਾਜ਼ ਕਿਸਾਨ ਵੀਰ ਕਹਿੰਦੇ ਨੇ ਕਿ ਮਾਰਕੀਟ ਵਿੱਚ ਐਸੇ 2 ਨੰਬਰ ਵੰਡੇ ਨੇ, ਉਹ ਪਾਣ ਨਾਲ ਉਹਨਾਂ ਦੇ ਜਾਨਵਰਾਂ ਦੇ ਥਣ ਖਰਾਬ ਹੋ ਜਾਂਦੇ ਨੇ। ਅੱਛੇ ਵੰਡੇ ਦਾ ਇੰਤਖਾਬ ਕਿੰਜ ਕਰਨਾ ਚਾਹੀਦਾ? ਜਿਹੜਾ ਅੱਛਾ ਵੰਡਾ ਨਾ ਉਹ 1-2 ਦਿਨ ਦੇ ਵਿੱਚ ਇਹਨਾਂ ਮੱਝਾਂ ਨੂੰ, ਡੰਗਰਾਂ ਨੂੰ, ਦੁੱਧ ਵਾਲਿਆਂ ਨੂੰ ਪਾਇਆ ਜਾਏ ਔਰ ਫੌਰੀ ਤੌਰ ਤੇ ਪਤਾ ਚੱਲ ਜਾਂਦਾ। ਜਿਹੜੀਆਂ ਮੱਝਾਂ ਨੇ ਆਸਟ੍ਰੇਲੀਅਨ ਵਗੈਰਾ ਵੰਡਾ ਇਸਤੇਮਾਲ ਕਰਨੇ ਆ। ਇੱਕ ਬੂਰਾ ਟਾਈਪ ਵੰਡਾ ਆਸਟ੍ਰੇਲੀਅਨ, ਉਹ 1200 ਜਾਂ 1300 ਦਾ ਵੰਡਾ ਆਂਦਾ ਜੀ। ਉਹ ਵੰਡੇ ਨੇ ਤਕਰੀਬਨ ਉਹ ਗਰਮੈਸ਼ ਜ਼ਿਆਦਾ ਜਾਂ ਕੀ ਵਜ੍ਹਾ ਉਹਦਾ ਸਮਝ ਸਾਨੂੰ ਵੀ ਨਹੀਂ ਰਲੀ। ਉਹ ਮੱਝਾਂ ਉਹਦੇ ਨਾਲ ਤਰੁੰਦੀਆਂ ਵੀ ਨੇ, ਨੁਕਸਾਨ ਵੀ ਕਰਦੀਆਂ। ਅੱਛਾ ਸੂਬੇਦਾਰ ਸਾਹਿਬ, ਇਹ ਦੱਸੋ ਕਿ ਜਦੋਂ ਮੱਝਾਂ ਦੁੱਧ ਦਿੰਦੀਆਂ ਨੇ 12-12 14-14 ਕਿਲੋ, ਵਾਰੇ ਨਿਆਰੇ ਹੋ ਜਾਂਦੇ ਨੇ, ਕਿਸਾਨ ਵੀਰ ਬੜੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ, ਲੇਕਿਨ ਜਦੋਂ ਖੰਗੜੀਆਂ ਹੁੰਦੀਆਂ ਨੇ, ਸੂਆ ਲੰਘ ਜਾਂਦਾ ਹੈ, ਸੁੱਕਾ ਪੀਰੀਅਡ ਆਂਦਾ ਤੇ ਕਿਸਾਨ ਚੀਖਾਂ ਮਾਰਦੇ ਨੇ, ਉਸ ਟਾਈਮ ਨਾਲ ਕਿਸ ਤਰ੍ਹਾਂ ਨਿਬੜਦੇ ਹੋ ਤੁਸੀਂ? ਉਸ ਤਰ੍ਹਾਂ ਮਤਲਬ ਇਹ ਕਿ ਉਹ ਕੁਦਰਤੀ ਤੌਰ ਤੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਆਪਣੀਆਂ ਨੇ, ਕਾਸ਼ਤ ਵਗੈਰਾ, ਪੱਠੇ ਵਗੈਰਾ ਆਪਣੇ ਨੇ, ਚਾਰਾ ਵਗੈਰਾ, ਉਸ ਬੰਦੇ ਨੂੰ ਤਕਲੀਫ ਨਹੀਂ ਹੁੰਦੀ। ਜਿਹੜੇ ਦੂਸਰੇ ਬੰਦੇ ਨੇ ਜਿਨ੍ਹਾਂ ਨੂੰ ਮੋਮਨ, ਜਿਨ੍ਹਾਂ ਨੇ ਚਾਰਾ ਵਗੈਰਾ ਖੁਦ ਮੁੱਲ ਖਰੀਦ ਕੇ ਲਿਆਉਣਾ ਹੁੰਦਾ ਤੇ ਉਹਨੂੰ ਤਕਲੀਫ ਜ਼ਰਾ ਕੁ ਹੁੰਦੀ ਕਿ ਉਹ ਮਹਿੰਗਾ ਪੈਂਦਾ, ਉਹਨੂੰ ਡੰਗਰ ਜ਼ਰਾ ਕੁ ਨਾ, ਉਹ ਕਹਿੰਦਾ ਕਿ ਮੈਂ ਤਾਜ਼ਾ ਖਰੀਦਾਂ ਔਰ ਇਹਨੂੰ ਫਰੋਖਤ ਕਰ ਦਿਆਂ। ਉਹ ਫਿਰ ਬੰਦਾ ਕਸਾਰੇ ਵਿੱਚ ਜਾਂਦਾ ਜੀ। ਯਾਨੀ ਕਿ ਕਸਰ ਪੂਰੀ ਹੋ ਜਾਂਦੀ ਹੈ ਅਗਰ ਲਹਿਰੀਆਂ ਮੱਝਾਂ ਜਦੋਂ ਦੁੱਧ ਦੇਣਾ ਛੱਡ ਦਿੰਦੀਆਂ ਨੇ, ਫਿਰ ਕਸਰ ਪੂਰੀ ਹੋ ਜਾਂਦੀ ਹੈ। ਫਿਰ ਪੂਰੀ ਹੋ ਜਾਂਦੀ ਹੈ ਇਨਸ਼ਾਅੱਲਾ ਤਾਲਾ। ਕਿੰਨੀਆਂ ਮੱਝਾਂ ਦੇ ਵਿੱਚ ਇੱਕ ਝੋਟਾ ਹੋਣਾ ਚਾਹੀਦਾ? ਤਕਰੀਬਨ 20-22 ਮੱਝਾਂ ਵਿੱਚ ਇੱਕ ਲਾਜ਼ਮੀ ਝੋਟਾ ਹੋਣਾ ਚਾਹੀਦਾ। ਤੁਹਾਡੇ ਕੋਲ ਹੈ ਵੇ? ਮੌਜੂਦਾ ਹਾਂ ਝੋਟਾ ਫਰੋਖਤ ਕਰ ਦਿੱਤਾ, ਉਸ ਤੋਂ ਨੈਕਸਟ ਇੱਕ ਜਾਨਵਰ ਤਿਆਰ ਹੋ ਰਿਹਾ। ਤੇ ਕਿੰਨੀਆਂ ਮੱਝਾਂ ਤੇ ਇੱਕ ਲੇਬਰ, ਇੱਕ ਬੰਦਾ ਹੋਣਾ ਚਾਹੀਦਾ? ਕਿੰਨੀਆਂ ਮੱਝਾਂ ਨੂੰ ਇੱਕ ਮਜ਼ਦੂਰ ਸਾਂਭ ਲੈਂਦਾ ਹੈ? ਇੱਕ ਬੰਦਾ ਜਿਹੜਾ ਉਹ ਤਕਰੀਬਨ 12 ਤੋਂ 13 ਮੱਝਾਂ ਬਾਸਾਨੀ ਨਾਲ ਸੰਭਾਲ ਲੈਂਦਾ। ਅੱਛਾ, ਤੁਹਾਡੇ ਕੋਲ ਮਾਸ਼ਾਅੱਲਾ ਇਸ ਟਾਈਮ ਲਹਿਰੀਆਂ ਮੱਝਾਂ ਕਿੰਨੀਆਂ ਨੇ? ਲਹਿਰੀਆਂ ਤਕਰੀਬਨ ਸਾਡੇ ਕੋਲ ਮੱਝਾਂ ਨੇ 12 ਤੋਂ 13। ਉਹਦੇ ਵਿੱਚ ਕੁਝ ਖਾਂਗੜਾਂ ਨੇ, ਕੁਝ
ਤਾਜ਼ੀਆਂ ਨੇ। ਰੋਜ਼ ਦਾ ਲਹਿਰੀਆਂ ਮੱਝਾਂ ਕੋਲੋਂ ਕਿੰਨਾ ਕੁ ਦੁੱਧ ਹਾਸਲ ਕਰ ਲੈਂਦੇ ਹੋ? ਉਹਨਾਂ ਕੋਲ ਤਕਰੀਬਨ 14 ਲੀਟਰ 13 ਲੀਟਰ ਜਿਹੜਾ ਅਸੀਂ ਉਹਨਾਂ ਕੋਲ ਦੁੱਧ ਲੈ ਲੈਣ। ਇਲਾਕੇ ਵਿੱਚ ਦੁੱਧ ਦਾ ਰੇਟ ਕੀ ਚੱਲਦਾ ਪਿਆ ਜੇ? 70 ਤੋਂ 75 ਰੁਪਏ ਰੇਟ ਚੱਲ ਰਿਹਾ। ਆਪੀ ਸੇਲ ਕਰਦੇ ਹੋ ਜਾਂ ਦੋਧੀ ਨੂੰ ਦਿੰਦੇ ਨਹੀਂ, ਹੋ? ਦੋਧੀ ਨੂੰ ਦੇ ਰਹੇ ਹਾਂ। 100 ਰੁਪਏ ਰੇਟ ਵੀ ਸ਼ਹਿਰ ਚੱਲਦਾ ਪਿਆ, ਤੁਹਾਡਾ ਰੇਟ ਕਿਉਂ ਘੱਟ ਹੈ? ਅਸੀਂ ਇਸ ਮਰਾਂਗੇ ਇੱਥੋਂ ਜਿਹੜਾ ਬਜ਼ਾਤੇ ਖੁਦ ਲਿਆ ਜਾਂਦਾ, ਗਾਈਆਂ ਵਗੈਰਾ ਦਾ ਵੀ ਦੁੱਧ ਵਿੱਚ ਇਸਤੇਮਾਲ ਅਸੀਂ ਕਰਨੇ ਆ ਤੇ ਮਿਕਸ ਕਰਕੇ ਉਹਨਾਂ ਨੂੰ ਦੁੱਧ ਦੇ ਰਹੇ ਹਾਂ। ਠੀਕ ਹੋ ਗਿਆ। ਇਹ ਦੱਸਿਓ ਕਿ ਐਨੇ ਡੰਗਰਾਂ ਵਾਸਤੇ ਚਾਰਾ ਕਿੰਨਾ ਬੀਜਦੇ ਹੋ? ਚਾਰਾ ਤਕਰੀਬਨ ਅਸਾਂ ਇਹ 6 ਏਕੜ ਜਿਹੜਾ ਛਟਾਲਾ ਬਰਸੀਨ ਇਹ ਬੀਜਿਆ, ਤਕਰੀਬਨ 3 ਏਕੜ ਜਿਹੜੀ ਉਹ ਕਣਕ ਵਗੈਰਾ ਵੀ ਅਸਾਂ ਇਹਨਾਂ ਨੂੰ ਇਸਤੇਮਾਲ ਕਰਵਾ ਛੜੀਏ, ਔਰ ਤਕਰੀਬਨ ਇਹਨਾਂ ਨੂੰ ਤੂੜੀ ਵੀ ਕਾਫੀ ਰੋਜ਼ ਦੀਆਂ ਤਕਰੀਬਨ 10-12 ਗੱਠਾਂ ਜਿਹੜੀਆਂ ਇਹਨਾਂ ਨੂੰ ਇਸਤੇਮਾਲ ਹੋ ਜਾਂਦੀਆਂ। ਜਾਨਵਰ ਜਦੋਂ ਬਿਮਾਰ ਹੁੰਦੇ ਨੇ ਤੇ ਫਿਰ ਉਹਨਾਂ ਦਾ ਇਲਾਜ ਕਿਹੜਾ ਕਰਦੇ ਹੋ, ਦੇਸੀ ਜਾਂ ਵਿਲਾਇਤੀ? ਨਹੀਂ, ਵਿਲਾਇਤੀ ਇਲਾਜ ਕਰਨੇ ਆ, ਫੌਰੀ ਤੌਰ ਤੇ ਡਾਕਟਰ ਨਾਲ ਰਾਬਤਾ ਕਰਨੇ। ਡਾਕਟਰ ਜਿਤਨੇ ਵੀ ਮੌਜੂਦਾ ਹਾਲਾਤ ਵਿੱਚ ਸਾਡੇ ਇਲਾਕੇ ਵਿੱਚ ਨੇ, ਸੀਨੀਅਰ ਡਾਕਟਰ ਜਵੇਦ ਸਾਹਿਬ, ਉਹ ਆਂਦੇ ਨੇ, ਉਹ ਚੈੱਕ ਕਰਦੇ ਨੇ, ਔਰ ਫਿਰ ਉਸੇ ਵਕਤ ਫੌਰੀ ਤੌਰ ਤੇ ਨਾ ਉਹ ਇਹਨਾਂ ਨੂੰ ਦਵਾਈ ਵਗੈਰਾ ਦਿੰਦੇ ਨੇ ਔਰ ਜਾਨਵਰ ਠੀਕ ਹੋ ਜਾਂਦੇ। ਤੁਸੀਂ ਉਹਨਾਂ ਦੇ ਇਲਾਜ ਤੋਂ ਮੁਤਮਿਨ ਹੋ? ਮੁਤਮਿਨ। ਸ਼ੈੱਡ ਦੇ ਬਾਰੇ ਦੱਸਿਓ ਕਿ ਕਿੰਨੀਆਂ ਮੱਝਾਂ ਵਾਸਤੇ ਸ਼ੈੱਡ ਦੀ ਜਿਹੜੀ ਜਗ੍ਹਾ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ? ਸ਼ੈੱਡ ਦੀ ਜਗ੍ਹਾ ਤੇ ਤਕਰੀਬਨ ਇਹ ਜਿਹੜੀਆਂ 20-22 ਮੱਝਾਂ ਵੀ ਰੱਖੀਆਂ, ਇਹਨਾਂ ਦੇ ਬੱਚੀਆਂ ਬੱਚੇ ਵਗੈਰਾ ਜਿਤਨੇ ਵੀ ਆ ਨੇ, ਕਟੀਆਂ ਕਟੇ ਵਗੈਰਾ, ਇਹ ਤਕਰੀਬਨ ਕਨਾਲ ਜਗ੍ਹਾ ਇਹਨਾਂ ਨੂੰ ਚਾਹੀਦੀ ਹੈ। ਸ਼ੈੱਡ ਕੱਚਾ ਹੋਵੇ ਜਾਂ ਪੱਕਾ ਹੋਵੇ? ਮੂਮਨ ਜ਼ਿਆਦਾਤਰ ਤੇ ਪੱਕਾ ਹੋਵੇ, ਕਿਉਂਕਿ ਇੱਧਰ ਬਾਰਸ਼ੀ ਇਲਾਕਾ ਹੈ ਔਰ ਸਲਾਬੀ, ਔਰ ਥੋੜਾ ਤਕਰੀਬਨ 10 ਮਰਲੇ 15 ਮਰਲੇ ਕੱਚਾ ਵੀ ਹੋਣਾ ਚਾਹੀਦਾ। ਸੂਬੇਦਾਰ ਸਾਹਿਬ, ਤੁਸੀਂ ਬਹੁਤ ਹੀ ਅਹਿਮ ਗੁਫ਼ਤਗੂ ਕੀਤੀ ਹੈ। ਕੋਈ ਐਸੀ ਗੱਲ ਜਿਹੜੀ ਅਸੀਂ ਨਹੀਂ ਪੁੱਛ ਸਕੇ, ਔਰ ਤੁਸੀਂ 10 ਸਾਲ ਦਾ ਤਜਰਬਾ ਨਿਚੋੜ ਕੱਢਿਆ ਹੋਏ, ਸਦਕਾ ਜਾਰੀਆ ਦੇ ਤੌਰ ਤੇ ਸਾਡੇ ਫਾਰਮਰ ਵੀਰਾਂ ਨੂੰ, ਭਰਾਵਾਂ ਨੂੰ ਉਹ ਗੱਲ ਦੱਸ ਦਿਓ ਕਿ ਬਈ ਅਗਰ ਇਹ ਕੰਮ ਕਰਨਾ ਹੈ ਤੇ ਇਹ ਗੁਰਜ਼ੇਨ ਚ ਰੱਖਿਓ। ਉਹ ਤਕਰੀਬਨ ਇਹ ਬਿਲਕੁਲ ਗੋਰੇ ਇਹਨਾਂ ਦਾ ਇਹ ਵੀ ਕਿ ਇਹ ਇਸ ਇਲਾਕੇ ਦੇ ਵਿੱਚ ਕੁਝ ਲੋਕ ਸੋਚਦੇ ਨੇ ਕਿ ਯਾਰ ਇਹ ਕਾਰੋਬਾਰ ਕਰਾਂਗੇ ਅਸੀਂ, ਬਹੁਤ ਤਕਲੀਫ ਹੋਵੇਗੀ ਸਾਨੂੰ, ਇਹ ਕਾਰੋਬਾਰ ਕਰਨ ਲੱਗਿਆ। ਜ਼ਰਾ ਕੋ ਇਹਨਾਂ ਡੰਗਰਾਂ ਨਾਲ ਮਿਲਣਾ ਪੈਂਦਾ ਬੰਦੇ ਨੂੰ ਵਜ਼ਾਤੇ ਖੁਦ ਜੀ, ਔਰ ਇਨਸ਼ਾਅੱਲਾ ਤਾਲਾ ਇਹਨਾਂ ਵਿੱਚ ਪ੍ਰੋਫਿਟ ਹੀ ਪ੍ਰੋਫਿਟ ਹੈ। ਦੁੱਧ 85 ਰੁਪਏ ਫਰੋਖਤ ਹੋ ਰਿਹਾ, ਔਰ 88 ਰੁਪਏ ਵੀ ਇੱਥੇ ਵਜ਼ਾਤੇ ਖੁਦ ਫਰੋਖਤ ਹੋ ਰਿਹਾ, ਔਰ ਹੋ ਰਿਹਾ ਉਹ ਮੱਝਾਂ ਦਾ, ਜਿਹੜੀਆਂ ਲਹਿਰੀਆਂ ਮੱਝਾਂ, ਜਿਹੜੀਆਂ ਮੱਝਾਂ ਦਾ ਦੁੱਧ, ਗਾਈਆਂ ਦਾ ਦੁੱਧ ਵਗੈਰਾ ਨਾ ਹੋਵੇ, ਔਰ ਉਹ ਲੋਕ ਇਸ ਮੱਝਾਂ ਨੂੰ ਰੱਖਣ, ਉਹਨਾਂ ਨੂੰ ਵਜ਼ਾਤੇ ਖੁਦ ਪਤਾ ਚੱਲ ਜਾਏਗਾ ਕਿ ਇੱਕ ਸਾਲ ਦੇ ਵਿੱਚ ਕਿੰਨਾ ਪ੍ਰੋਫਿਟ ਹੋਇਆ ਸਾਨੂੰ। ਜਿਹੜੇ ਲੋਕ ਤੁਹਾਡੀ ਗੁਫ਼ਤਗੂ ਸੁਣ ਰਹੇ ਨੇ, ਸਾਨੂੰ ਯਕੀਨ ਹੈ ਕਿ ਉਹਨਾਂ ਨੂੰ ਤੁਹਾਡੀ ਗੁਫ਼ਤਗੂ ਪਸੰਦ ਆ ਰਹੀ ਹੋਏਗੀ। ਅਗਰ ਕੋਈ ਦੋਸਤ ਭਰਾ ਤੁਹਾਡੇ ਨਾਲ ਗੱਲ ਕਰਨ ਦਾ ਸ਼ੌਕ ਰੱਖਦੇ ਹੋਣ, ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ? ਹਾਂਜੀ, ਬਿਲਕੁਲ ਕਰ ਸਕਦੇ ਹਾਂ। 0334 80 39 530, ਨਾਇਬ ਸੂਬੇਦਾਰ ਲਿਆਕਤ। ਬਹੁਤ ਸ਼ੁਕਰੀਆ ਸਰ, ਤੁਸੀਂ ਬੜੀ ਮੁਫੀਦ ਮਾਲੂਮਾਤ ਦਿੱਤੀ। अस्सलाम वालेकुम। ਵਾਲੇਕੁਮ ਸਲਾਮ।